कबीर ऐसी होए परी, मन को भावत कीन। मरने ते क्या डरपना, जब हाथ संधौरा लीन। मरने ते क्या डरपना, जब हाथ संधौरा लीन। मूक ऊचरै शास्त्र खट, पिंग गिरन चढ़ जाए। अंध लखै बदरो सुनै, जो काल कृपा कराए। अमें दृष्ट शुभ करै, हरै अग पाप सकल मल। काम क्रोध हर लोभ मोह, वश करै सबै बल। सदा सुख मन वसै, दुख संसारै खोवै। गुर नव निध दरियाओ, जन्म हम कालख धोवै। सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाय। दर्शन परसै गुरु कै, जन्म मरण दुख जाए। सतनाम श्री वाहिगुरु साहिब जी। बिलावल महला नावा। हर के नाम बिना दुख पावै, भगत बिना सहसा नह चूकै। गुर एहो भेद बतावै, हर के नाम बिना दुख पावै। भगत बिना सहसा नह चूकै। गुर एहो भेद बतावै। रहाओ कहा भयो तीरथ व्रत किए, राम सरन नहीं आवै। जोग जग निहफल तिह मानो, जो प्रभ जस बिसरावै। मान मोह दोनों कौ पर हर, गोबिंद के गुण गावै। कहो नानक एह बिद को प्राणी, जीवन मुक्त कहावै। मान मोह दोनों कौ पर हर, गोबिंद के गुण गावै। कहो नानक एह बिद को प्राणी, जीवन मुक्त कहावै। जी का खालसा वाहिगुरु जी की फतेह। सच्चे पातशाह पतित पावन भगत वत्सल जागदी जोत धन साहिब श्री गुरु ग्रंथ साहिब जी महाराज हजूर दी परम दया सदका पवित्र सतसंगत दा सुभाग समा आपां नूं प्राप्त होया है। सच्चे पातशाह धन गुरु तेग बहादुर साहिब जी महाराज हजूर दी अमृत पवित्र गुरबाणी दी कथा
ਆਪ ਸੰਗਤਾਂ ਸਰਵਣ ਕਰਦੇ ਹੋ। ਅੱਜ 6 ਜੂਨ ਦਾ ਦਿਹਾੜਾ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਮਹਾਨ ਪਵਿੱਤਰ ਸਥਾਨ ਤੇ ਜ਼ਾਲਮ ਹਕੂਮਤ ਨੇ ਬਹੁਤ ਭਾਰੀ ਬੇਅਦਬੀ ਕੀਤੀ। ਫੌਜਾਂ ਅਤੇ ਟੈਂਕਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਅਸਥਾਨ ਦਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਬਹੁਤ ਭਾਰੀ ਨੁਕਸਾਨ ਕੀਤਾ। ਸਿੱਖੀ ਰਵਾਇਤਾਂ ਨੂੰ ਕਾਇਮ ਰੱਖਦਿਆਂ ਹੋਇਆਂ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਅਗਵਾਈ ਵਿੱਚ ਸੂਰਬੀਰਾਂ ਨੇ ਹੱਸ ਕਰਕੇ ਸ਼ਹਾਦਤਾਂ ਦੇ ਜਾਮ ਪੀਤੇ। ਬੜੀ ਸੂਰਮਤਾਈ ਦੇ ਨਾਲ ਜਾਨਾਂ ਹੂਲ ਕੇ ਸਿੰਘਾਂ ਨੇ ਇਹ ਮੁਕਾਬਲਾ ਕੀਤਾ ਤੇ ਖਬਰਾਂ ਜਿਵੇਂ ਆ ਰਹੀਆਂ ਸੀਗੀਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਜਿਹੜੀ ਆਰਮੀ ਉਹ ਪਹੁੰਚ ਚੁੱਕੀ ਹੈ ਤੇ ਮਹਾਂਪੁਰਖਾਂ ਨੇ ਵੀ ਇਸ 6 ਜੂਨ ਵਾਲੇ ਦਿਨ ਜਿਹੜੇ ਸਿੰਘ ਉਸ ਸਮੇਂ ਤੱਕ ਵੀ ਸੰਗੀ ਸਨ, ਜਿਨ੍ਹਾਂ ਨੇ ਉਸ ਸਮੇਂ ਤੱਕ ਵੀ ਮਹਾਂਪੁਰਖਾਂ ਦੇ ਕੋਲ ਰਹਿ ਕਰਕੇ ਸਭ ਕੁਝ ਵੇਖਿਆ, ਉਹਨਾਂ ਵਿੱਚੋਂ ਵੀ ਅੱਜ ਕੁਝ ਸਰੀਰ ਹਨ। ਮਹਾਂਪੁਰਖਾਂ ਨੇ ਅਰਦਾਸ ਕੀਤੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੋਠਾ ਸਾਹਿਬ ਦੇ ਅੱਗੇ ਖਲੋ ਕਰਕੇ ਤੇ ਉਥੋਂ ਅਰਦਾਸ ਕਰਕੇ ਇਹ ਜਥੇ ਦੀ ਅਗਵਾਈ ਕਰਦਿਆਂ ਹੋਇਆਂ ਮਹਾਂਪੁਰਖ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪੌੜੀਆਂ ਉਤਰੇ ਹੈ, ਜਿਨ੍ਹਾਂ ਨੇ ਉਸ ਸਮੇਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਵੱਡੇ ਨਿਸ਼ਾਨ ਸਾਹਿਬਾਂ ਦੀਆਂ ਪਰਿਕਰਮਾ ਵੀ ਮਹਾਂਪੁਰਖਾਂ ਨੇ ਕੀਤੀਆਂ ਨੇ। ਦਰਸ਼ਨੀ ਡਿਵੜੀ ਵੱਲ ਨੂੰ ਵਧੇ ਹੈ। ਬਹੁਤ ਭਾਰੀ ਅੰਧਾ ਧੁੰਦ ਗੋਲੇ ਵਰ ਰਹੇ ਸਨ, ਫਾਇਰ ਹੋ ਰਿਹਾ ਸੀ ਬਹੁਤ ਤੇਜ਼ੀ ਨਾਲ ਤੇ ਉਸ ਸਮੇਂ ਫਿਰ ਕੁਝ ਵੀ ਦਿਖਾਈ ਨਹੀਂ ਦਿੱਤਾ ਕਿ ਕੀ ਹੋਇਆ, ਕਿਵੇਂ ਸਭ ਕੁਝ ਵਾਪਰਿਆ। ਧੂੰਆਂ ਇੰਨਾ ਜ਼ਿਆਦਾ ਸੀ, ਦਿਖਾਈ ਨਹੀਂ ਸੀ ਕੁਝ ਵੀ ਪੈਂਦਾ। ਫਿਰ ਜਿੱਧਰ ਕਿਸੇ ਨੂੰ ਦਿਖਾਈ ਦੇ ਰਿਹਾ ਸੀ ਰਸਤਾ, ਉਧਰ ਨੂੰ ਉਹ ਤੁਰਿਆ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਜਦੋਂ ਫੌਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਆ ਕਰਕੇ ਤਹਿਖਾਨਿਆਂ ਵਿੱਚ ਉਹ ਗੈਸਾਂ ਪਾਈਆਂ, ਜਿਸ ਦੀ ਬਾਬਤ ਇਹ ਦੱਸਿਆ ਜਾਂਦਾ ਹੈ ਕਿ ਜਿਹੜੀ ਇੱਕ ਦੇਸ਼ ਦੂਸਰੇ ਦੇਸ਼ 'ਤੇ ਵੀ ਉਹ ਮਾਰੂ ਜ਼ਹਿਰੀਲੀ ਗੈਸ ਨਹੀਂ ਵਰਤ ਸਕਦਾ, ਜਿਹੜੀ ਸਿੱਖਾਂ ਨੂੰ ਮਾਰਨ ਵਾਸਤੇ ਜਿਹੋ ਜਿਹੀਆਂ ਚੀਜ਼ਾਂ, ਜਿਹੋ ਜਿਹੇ ਹਥਿਆਰ, ਕਿਉਂਕਿ ਜੰਗ ਦੇ ਵੀ ਜਿਹੜੇ ਆ ਉਹ ਵਿਸ਼ਵ ਪੱਧਰ 'ਤੇ ਕੁਝ ਕਾਨੂੰਨ ਬਣੇ ਹੁੰਦੇ ਆ ਤੇ ਇੱਕ ਦੇਸ਼ ਦੂਸਰੇ ਦੇਸ਼ 'ਤੇ ਜੰਗ ਦੇ ਅੰਦਰ ਜਿਹੜੀਆਂ ਹਨ ਕੁਝ ਚੀਜ਼ਾਂ ਉਹਨਾਂ ਦੀ ਮਨਾਹੀ ਹੁੰਦੀ ਹੈ ਕਿ ਮਨੁੱਖ ਨੂੰ ਮਾਰਨ ਲਈ ਇਹ ਚੀਜ਼ਾਂ ਨਹੀਂ ਵਰਤੀਆਂ ਜਾ ਸਕਦੀਆਂ। ਜੇ ਕੋਈ ਉਹਨਾਂ ਨਿਯਮਾਂ ਨੂੰ ਤੋੜਦਾ ਹੈ ਤੇ ਉਹਨਾਂ ਨੂੰ ਜਵਾਬਦੇਹ ਹੋਣਾ ਪੈਂਦਾ, ਪਰ ਇੱਥੇ ਕੌਣ ਕੋਈ ਪੁੱਛਣ ਵਾਲਾ ਸੀਗਾ। ਬਹੁਤ ਜ਼ਿਆਦੀਆਂ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਸੀ ਉਹ ਛੱਡੀਆਂ ਗਈਆਂ। ਫਿਰ ਜਨਰਲ ਸੁਬੇਗ ਸਿੰਘ ਜੀ ਦਾ ਸਰੀਰ ਜਿਹੜਾ ਸੀ ਉਹ ਥੱਲੇ ਤਹਿਖਾਨੇ ਵਿੱਚ ਸੀਗਾ ਭੋਰੇ ਸਾਹਿਬ ਦੇ ਅੰਦਰ, ਤੇ ਕਿਉਂਕਿ ਜਦੋਂ ਜਰਨਲ ਸਾਹਿਬ ਨੂੰ ਬਰਸਟ ਵੱਜਾ ਸੀ ਉਸ ਸਮੇਂ ਉਹਨਾਂ ਨੇ
ਸਾਹ ਸੀਗੇ, ਪ੍ਰਾਣ ਸੀਗੇ, ਤੇ ਮਹਾਂਪੁਰਖਾਂ ਨਾਲ ਕੁਝ ਬਚਨ ਬਿਲਾਸ ਕਰਦਿਆਂ ਹੋਇਆਂ ਆਪਣਾ ਸਰੀਰ ਜਿਹੜਾ ਸੀ ਤਿਆਗਿਆ ਸੀਗਾ, ਸ਼ਹਾਦਤ ਪਾਈ ਸੀ। ਤੇ ਜਦੋਂ ਜਰਨਲ ਸਾਹਿਬ ਦਾ ਸਰੀਰ ਇਸ ਭਾਰਤ ਦੀ ਫੌਜ ਨੇ ਵੇਖਿਆ, ਸ਼ਨਾਖਤ ਕੀਤੀ ਗਈ, ਤੇ ਇਹ ਦੂਜਾ ਕੋਈ ਦੇਸ਼ ਜੇ ਕੋਈ ਕਿਸੇ ਦੂਸਰੀ ਆਰਮੀ ਦਾ ਫੌਜੀ ਇਸ ਤਰ੍ਹਾਂ ਦੀ ਹਾਲਤ ਦੇ ਅੰਦਰ ਸ਼ਹੀਦ ਹੋਇਆ ਪ੍ਰਾਪਤ ਹੋ ਜਾਵੇ, ਉਹ ਵੀ ਇਸ ਤਰ੍ਹਾਂ ਦੀ ਮਾੜੀ ਹਰਕਤ ਨਹੀਂ ਕਰਦੇ। ਜਿਹੋ ਜਿਹੀ ਦਰਿੰਦਗੀ, ਜਿਹੋ ਦਾ ਨੀਚਪੁਣਾ ਇਹਨਾਂ ਨੇ ਦਿਖਾਇਆ, ਜਰਨਲ ਸਾਹਿਬ ਦੀ ਪਵਿੱਤਰ ਦੇਹ ਨੂੰ ਰੱਸੇ ਪਾ ਕੇ ਖਿੱਚਿਆ ਗਿਆ, ਬਾਹਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਿਆਂਦਾ ਗਿਆ। ਫਿਰ ਉਸ ਦੇਹ ਨੂੰ ਠੁੱਡੇ ਵੀ ਮਾਰੇ ਗਏ, ਥੁੱਕਿਆ ਵੀ ਗਿਆ, ਪਰ ਉਹ ਤਾਂ ਮਹਾਨ ਪਦਵੀ ਨੂੰ ਪ੍ਰਾਪਤ ਕਰਕੇ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਜਾ ਬਰਾਜੇ। ਉਸ ਦੇਹੀ ਦਾ ਜੇ ਨਰਾਦਰ ਵੀ ਕੀਤਾ ਤਾਂ ਵੀ ਉਹਨਾਂ ਦਾ ਉਹ ਸਤਿਕਾਰ ਬਣ ਕੇ ਹੀ ਕੌਮ ਦੇ ਅੰਦਰ ਉੱਭਰਿਆ। ਇਹੋ ਜਿਹਾ ਅੱਜ ਦਾ ਪਵਿੱਤਰ ਦਿਨ ਦਾ ਖੂਨੀ ਇਤਿਹਾਸ ਹੈ। ਤੇ ਫਿਰ ਅਜੇ ਤੱਕ ਕਦੇ ਕਿਸੇ ਨੇ ਇਹ ਨਹੀਂ ਹਿਆ ਕੀਤਾ ਕਿ ਸਿੱਖ ਕੌਮ ਨਾਲ ਬਹੁਤ ਜ਼ਿਆਦਾ ਜਿਹੜਾ ਹੈ ਇਹੋ ਜਿਹਾ ਕਰਮ ਹੋਇਆ ਕਿ ਕੌਮ ਦੀ ਨਸਲ ਕੁਸੀ ਹੋਈ। ਕਿਸੇ ਹਕੂਮਤ ਨੇ, ਕਿਸੇ ਨੇ ਕਦੇ ਸਿੱਖਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ ਕਿ ਇਸ ਤਰ੍ਹਾਂ ਇਹ ਕੀਤਾ ਗਿਆ। ਬਹੁਤ ਜ਼ਿਆਦਾ ਘਿਨਾਉਣੀ ਕਾਰਵਾਈ ਸੀ। ਕਿਸੇ ਨੇ ਵੀ ਕਦੇ ਸਿੱਖਾਂ ਦੇ ਹੱਕ ਵਿੱਚ ਕਦੇ ਕੋਈ ਗੱਲ ਨਹੀਂ ਕੀਤੀ। ਜੇ ਕੋਈ ਹੱਕ ਮੰਗਦਾ ਵੀ ਹੈ, ਕੋਈ ਹੱਕ ਦੀ ਗੱਲ ਕਰਦਾ ਵੀ ਹੈ, ਤੇ ਬੜੀ ਬੇਰਹਿਮੀ ਨਾਲ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ। ਹਾਲਾਤ ਉਸ ਸਮੇਂ ਦੇ ਤੇ ਅੱਜ ਭਾਵੇਂ ਬਹੁਤ ਬਦਲਾਵ ਆ ਚੁੱਕਾ ਹੈ, ਪਰ ਸਿੱਖਾਂ ਵਾਸਤੇ ਸਗੋਂ ਹਾਲਾਤ ਹੋਰ ਬਹੁਤੇ ਬੱਤਰ ਹੁੰਦੇ ਜਾ ਰਹੇ ਹੈ। ਇਹ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਸਮਰੱਥ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਬਾਣੀ ਇਹ ਸ਼ਬਦ ਕਹਿੰਦੀ ਹੈ ਕਿ ਇੱਕ ਦਿਨ ਜਿਹੜਾ ਹੈ ਉਹ ਸੱਚ ਦਾ ਨਤਾਰਾ ਜ਼ਰੂਰ ਹੁੰਦਾ ਹੈ ਕਿ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਦੁਨੀਆ ਦੇ ਰਾਜ ਹੈ ਨਹੀਂ ਝੂਠੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਧਰਮ ਦੇ ਰਾਹ 'ਤੇ ਚੱਲਦਿਆਂ ਤੇ ਸੱਚ ਦੀ ਕਮਾਈ ਕਰਨ ਦੀ ਸਤਿਗੁਰੂ ਜੀ ਨੇ ਆਗਿਆ ਕੀਤੀ। ਸੂਰਬੀਰ ਇਸ ਜ਼ਿੰਦਗੀ ਨੂੰ ਨਸ਼ਵਰ ਜਾਣਦੇ ਹੋਏ ਵਾਹਿਗੁਰੂ ਦੇ ਨਾਮ ਨਾਲ ਪ੍ਰੇਮ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਧਰਮ ਲਈ ਕੁਰਬਾਨੀ ਕਰਦੇ ਹੈ। ਐਸੇ ਮਰ ਜੀਵਣਿਆਂ ਦਾ ਅੱਜ ਦਿਨ ਹੈ। ਇਹ ਪੂਰਾ ਹਫ਼ਤਾ ਹੀ ਘੱਲੂਘਾਰੇ ਵਜੋਂ ਪੰਥ ਦੇ ਅੰਦਰ ਮਨਾਇਆ ਜਾਂਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਹੁੰਦੀ ਹੈ। ਉੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜੋ ਹੈ ਪਾਵਨ ਯਾਦਗਾਰ ਵੀ ਸੰਗਤਾਂ ਦੇ ਦਰਸ਼ਨਾਂ ਲਈ ਜਿਹੜੀ ਹੈ ਬਣਾਈ ਗਈ ਹੈ। ਸੰਗਤਾਂ ਦਰਸ਼ਨ ਕਰਦੀਆਂ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਿੱਤਾ ਹੋਇਆ ਪਵਿੱਤਰ ਉਪਦੇਸ਼, ਧੰਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਸੱਚੇ ਪਾਤਸ਼ਾਹ ਜੀ ਨੇ ਕਿਹਾ ਦੇਹ ਅਨਿਤ ਹੈ, ਭਾਵ ਨਿਤ ਨਹੀਂ ਰਹਿਣ ਵਾਲੀ। ਤੇ ਵਾਹਿਗੁਰੂ ਜੀ ਦਾ ਜਸ ਰੂਪੀ ਜਿਹੜੀ ਨਾਵ ਹੈ ਉਹਦਾ ਉੱਪਰ ਚੜ੍ਹ ਕਰਕੇ ਜਗਤ ਦੇ ਸੰਸਾਰ ਇਸ ਸਮੁੰਦਰ ਤੋਂ ਸੂਰਬੀਰ ਜਿਵੇਂ ਪਾਰ ਹੁੰਦੇ ਹੈ ਧਰਮ ਦੀ ਨਈਆ ਨੂੰ, ਉਹ ਬਹੁਤ ਜ਼ਿਆਦਾ ਇਉਂ ਗਾਮਜਨ ਕਰਦੇ ਆਪਣੀ ਮੰਜ਼ਿਲ ਵੱਲ ਨੂੰ। ਧਰਮ ਹੋਰ ਪ੍ਰਫੁੱਲਤ ਹੁੰਦਾ ਹੈ, ਹੋਰ ਚੜ੍ਹਦੀ ਕਲਾ ਹੁੰਦੀ ਹੈ ਇਸ ਸਾਰੇ ਸਾਕੇ ਨਾਲ। ਕਿਉਂਕਿ ਕਈਆਂ ਦੇ ਮਨਾਂ ਦੇ ਵਿਚਾਰ ਹੈ ਕਿ ਬਹੁਤ ਭਾਰੀ ਜਿਹੜਾ ਹੈ
ਉਹ ਕੌਮ ਨੂੰ ਜਿਹੜਾ ਖਮਿਆਜਾ ਭੁਗਤਣਾ ਪਿਆ, ਕੌਮ ਦੀ ਢਹਿੰਦੀ ਕਲਾ ਹੋਈ ਹੈ, ਕੌਮ ਦੀ ਸਗੋਂ ਚੜ੍ਹਦੀ ਕਲਾ ਹੋਈ ਹੈ। ਭਾਵੇਂ ਕਿ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਉੱਤੇ ਫੌਜਾਂ ਚੜ੍ਹ ਕਰਕੇ ਆਈਆਂ, ਜੇਕਰ ਕਿ ਜ਼ਾਲਮ ਹਕੂਮਤ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਨਾ ਕਰਦੀ ਤਾਂ ਸ਼ਾਇਦ ਸਿੱਖੀ ਇੰਨੀ ਜਾਗਰਤ ਨਾ ਹੁੰਦੀ, ਕਿਉਂਕਿ ਬਹੁਤ ਗਾੜੀ ਨੀਂਦ ਵਿੱਚ ਸਿੱਖ ਸੌਂ ਗਏ ਸੀ। ਜਿੰਨੀਆਂ ਕੁਝ ਇਸ ਪ੍ਰਕਾਰ ਬਾਹਰ ਜੋ ਸਿੱਖੀ ਦਾ ਨਿਆਰਾਪੁਣਾ ਅਤੇ ਸਿੱਖੀ ਪ੍ਰਫੁੱਲਤ ਹੋਈ ਹੈ, ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਜਦੋਂ ਜ਼ਾਲਮ ਹਕੂਮਤ ਨੇ ਹਮਲਾ ਕੀਤਾ ਹੈ ਅਤੇ ਸਿੱਖਾਂ ਨੂੰ ਅਹਿਸਾਸ ਹੋਇਆ ਕਿ ਅਸੀਂ ਆਪਣੇ ਹੀ ਉਸ ਦੇਸ਼ ਦੇ ਅੰਦਰ, ਜਿਹੜੀ ਸਾਡੀ ਜਨਮ ਭੂਮੀ ਹੈ, ਉੱਥੇ ਅਸੀਂ ਆਜ਼ਾਦ ਨਹੀਂ ਹਾਂ, ਕਿ ਸਾਡੇ ਆਪਣੇ ਹੀ ਧਾਰਮਿਕ ਅਸਥਾਨ ਦੇ ਉੱਤੇ ਦੇਸ਼ ਦੀ ਆਪਣੀ ਹੀ ਆਰਮੀ ਨੇ ਇੰਨੀ ਬੁਰੀ ਤਰ੍ਹਾਂ ਹਮਲਾ ਕੀਤਾ। ਅਤੇ ਫਿਰ ਜਿਹੜੇ ਤੱਥ ਇੰਨੇ ਛੁਪਾਏ ਗਏ, ਫਿਰ ਵੀ ਛੁਪਾਇਆ ਛੁਪੇ ਨਹੀਂ। ਜੋ ਇੱਕ ਦੇਸ਼ ਦੂਸਰੇ ਦੇਸ਼ ਪ੍ਰਤੀ ਨਹੀਂ ਵਰਤਾਓ ਕਰਦਾ, ਇਸ ਤਰ੍ਹਾਂ ਦਾ ਭੈੜਾ ਵਰਤਾਓ ਬੀਬੀਆਂ, ਬੱਚਿਆਂ, ਬਜ਼ੁਰਗਾਂ ਦਾ ਬਹੁਤ ਜ਼ਾਲਮਾਨਾ ਢੰਗ ਦੇ ਨਾਲ ਕਤਲੇਆਮ ਕੀਤਾ ਗਿਆ। ਦਰਿੰਦਗੀ ਦਾ ਨਾਚ ਹਿੰਦੁਸਤਾਨ ਦੀ ਆਰਮੀ ਨੇ ਉੱਥੇ ਨੱਚਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸੂਰਬੀਰਾਂ ਨੇ ਜੋ ਚੜ੍ਹਦੀ ਕਲਾ ਕੌਮ ਦੇ ਸਾਹਮਣੇ ਇਹੋ ਜਿਹਾ ਪ੍ਰਗਟਾਵਾ ਕੀਤਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦੱਸੇ ਹੋਏ ਉਪਦੇਸ਼ ਨਾਲ, ਮਹਾਰਾਜ ਦੇ ਵਿਖਾਏ ਹੋਏ ਰਾਹ ਦੇ ਨਾਲ ਇਉਂ ਪੂਰਨੇ ਪਾ ਕਰਕੇ ਉਹਨਾਂ ਨੇ ਵਿਖਾਏ। ਉਹਨਾਂ ਸ਼ਹੀਦਾਂ ਦੀ ਅੱਜ ਯਾਦਗਾਰ ਹੈ। 6 ਜੂਨ ਦਾ ਦਿਨ ਹੈ। ਇਹ ਸਾਰਾ ਹੀ ਹਫ਼ਤਾ ਘੱਲੂਘਾਰੇ ਵਜੋਂ ਪੰਥ ਦੇ ਅੰਦਰ ਮਨਾਇਆ ਜਾਂਦਾ ਹੈ। ਹਰੇਕ ਸਾਲ ਇਹ ਦਿਨ ਆਉਂਦੇ ਹੈ ਅਤੇ ਜਿਹੜੇ ਕੁਝ ਵਹਿਸ਼ੀ ਲੋਕ ਹੈ, ਜਿਹੜੇ ਗੁਰੂ ਘਰ ਦੀ ਜਿਹੜੀ ਹੈ ਚੜ੍ਹਦੀ ਕਲਾ ਵੇਖ ਉਹਨਾਂ ਨੂੰ ਦੁੱਖ ਲੱਗਦਾ ਹੈ, ਉਹ ਅੱਜ ਵੀ ਹਰਕਤਾਂ ਕਰਨੋਂ ਨਹੀਂ ਹਟਦੇ ਅਤੇ ਹਕੂਮਤ ਦੇ ਜਿਹੜੀ ਹੈ ਉਹ ਮੂਕ ਦਰਸ਼ ਬਣ ਕੇ ਫਿਰ ਵੇਖਦੀ ਰਹਿੰਦੀ ਹੈ। ਜਦੋਂ ਕੋਈ ਸਿੱਖ ਗੱਲ ਕਰਦੇ ਹੈ ਫਿਰ ਕਹਿੰਦੇ ਜੀ ਮਾਹੌਲ ਖਰਾਬ ਹੁੰਦਾ ਹੈ। ਤੋ ਹਾਲਾਤ ਅਜੇ ਵੀ ਕੋਈ ਸੁਧਰੇ ਹੋਏ ਨਹੀਂ ਹਨ ਕਿ ਜੇ ਸਮਾਂ ਬਦਲ ਗਿਆ ਅਤੇ ਸਿੱਖਾਂ ਵਾਸਤੇ ਹਾਲਾਤ ਸੁਧਰ ਗਏ ਹਨ। ਨਹੀਂ, ਹਾਲਾਤ ਤਾਂ ਸਗੋਂ ਹੋਰ ਵਿਗੜਦੇ ਜਾਂਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਗਰੀਬ ਨਵਾਜ ਕੌਮ ਨੂੰ ਇਹੋ ਜਿਹੇ ਵਿਖੜੇ ਸਮੇਂ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਰਹਿਨੁਮਾਈ ਕਰਨ। ਕੋਈ ਚੜ੍ਹਦੀ ਕਲਾ ਸੱਚੇ ਪਾਤਸ਼ਾਹ ਮਹਾਰਾਜ ਐਸਾ ਕੋਈ ਰਸਤਾ ਦਿਖਾਉਣ ਅਤੇ ਸਤਿਗੁਰੂ ਜੀ ਦੀ ਰਹਿਮਤ ਵਰਤੇ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਕੌਮ ਸਾਜੀ ਹੋਈ ਇਹ ਚੜ੍ਹਦੀ ਕਲਾ ਦੇ ਸਹਿਤ ਸਦਾ ਹੀ ਆਜ਼ਾਦੀਆਂ ਅਤੇ ਰਾਜ ਭਾਗ ਨੂੰ ਮਾਣੇ। ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਗਰੀਬ ਨਵਾਜ ਦੀ ਅੰਮ੍ਰਿਤ ਬਾਣੀ ਦੀ ਕਥਾ ਆਪਾਂ ਰੋਜ਼ ਸਰਵਣ ਕਰਦੇ ਹਾਂ। ਆਓ ਪਿਆਰ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਨਾਮਾ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਰਾਗ ਬਿਲਾਵਲ ਦੇ ਅੰਦਰ ਮਹਾਰਾਜ ਸਤਿਗੁਰੂ ਦੂਸਰਾ ਇਹ ਸ਼ਬਦ ਹੈ। ਰਾਗ ਬਿਲਾਵਲ ਵਿੱਚ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ
ਪਵਿੱਤਰ ਫਰਮਾਨ ਕਰਦੇ ਹਨ। ਹਰ ਕੇ ਨਾਮ ਬਿਨਾ ਦੁਖ ਪਾਵੈ। ਸਿੱਖ ਪੁੱਛਦੇ ਮਹਾਰਾਜ ਜੀਵ ਦੁੱਖ ਕਿਉਂ ਪਾਉਂਦੇ ਐ? ਸਤਿਗੁਰੂ ਗਰੀਬ ਨਵਾਜ ਜੀ ਫਰਮਾਉਂਦੇ ਐ ਕਿ ਹੇ ਗੁਰਸਿੱਖੋ, ਹਰ ਕੇ ਨਾਮ ਬਿਨਾ, ਵਾਹਿਗੁਰੂ ਦੇ ਨਾਮ ਤੋਂ ਬਿਨਾ ਹਨ, ਸਖਣੇ ਹਨ। ਤੇ ਜਿਹੜਾ ਨਾਮ ਤੋਂ ਸਖਣਾ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਉਹ ਦੁੱਖ ਪਾਉਂਦਾ ਹੈ। ਹਰ ਕੇ ਨਾਮ ਬਿਨਾ ਦੁੱਖ ਪਾਵੈ। ਵਾਹਿਗੁਰੂ ਦੇ ਨਾਮ ਤੋਂ ਬਿਨਾ ਜੀਵ ਦੁੱਖ ਪਾਉਂਦਾ ਹੈ, ਜੰਮਣ ਤੇ ਮਰਨ ਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਵਿੱਚ ਕਿਹਾ, ਹਰ ਬਿਸਰਤ ਸਦਾ ਖੁਆਰੀ। ਵਾਹਿਗੁਰੂ ਦਾ ਨਾਮ ਭੁੱਲਣ ਨਾਲ ਸਦਾ ਹੀ ਜੀਵ ਨੂੰ ਖੁਆਰ ਹੋਣਾ ਪੈਂਦਾ ਹੈ, ਕਦੇ ਸੁੱਖ ਨਹੀਂ ਪ੍ਰਾਪਤ ਹੁੰਦਾ। ਫਿਰ ਕਿਹਾ, ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਮਹਾਰਾਜ ਕਹਿੰਦੇ ਉਹਨੂੰ ਧੋਖਾ ਨਹੀਂ ਕਦੇ ਵਿਆਪ ਸਕਦਾ, ਲੱਗ ਸਕਦਾ। ਜਿਹਨੂੰ ਵਾਹਿਗੁਰੂ ਦੀ ਓਟ ਹੈ, ਜਿਹਨੂੰ ਨਿਰੰਕਾਰ ਦਾ ਆਸਰਾ ਹੈ, ਉਹਨੂੰ ਕਦੇ ਧੋਖਾ ਨਹੀਂ ਹੁੰਦਾ। ਨਹੀਂ ਤਾਂ ਜੀਵ ਨੂੰ ਧੋਖਾ ਹੋ ਜਾਂਦਾ ਹੈ ਸੰਸਾਰ ਦੇ ਅੰਦਰ। ਧੋਖਾ ਦਿੰਦਾ ਕੌਣ ਹੈ? ਪੰਜੇ ਹੀ ਵਕਾਰ ਛੱਡ ਲੈਂਦੇ ਆ, ਧੋਖਾ ਦਿੰਦੇ ਹੈ। ਧੋਖਾ ਕਿਉਂ ਦਿੰਦੇ ਹੈ? ਉਹ ਸਾਰੇ ਸਵਾਸਾਂ ਨੂੰ ਜਿਹੜੇ ਹੀਰਿਆਂ ਵਰਗੇ ਅਮੋਲਕ ਸੀ, ਉਹਨਾਂ ਨੂੰ ਆਪਣੇ ਵਿੱਚ ਲਾ ਕੇ ਖਰਾਬ ਕਰ ਦਿੰਦੇ ਹੈ। ਜੀਵ ਦੇ ਸਾਰੇ ਸਵਾਸ ਬਰਬਾਦ ਹੋ ਜਾਂਦੇ ਹੈ। ਹੀਰੇ ਵਰਗਾ ਅਮੋਲਕ ਜਨਮ ਨਾਸ਼ ਕਰ ਦਿੰਦੇ ਆ ਸਾਰਾ ਹੀ। ਤੇ ਫਿਰ ਜਦੋਂ ਜੀਵ ਨੂੰ ਪਤਾ ਲੱਗਦਾ ਹੈ ਕਿ ਇਹ ਜਨਮ ਤਾਂ ਬੜਾ ਅਮੋਲਕ ਸੀ ਜਿਹੜਾ ਮੈਨੂੰ ਪ੍ਰਾਪਤ ਹੋਇਆ, ਜੋ ਵਕਾਰਾਂ ਵਿੱਚ ਸਾਰਾ ਖਰਾਬ ਹੋ ਗਿਆ। ਸਵਾਸ ਬੜੇ ਅਮੋਲਕ ਸੀ ਜਿਹੜੇ ਮੈਨੂੰ ਪ੍ਰਾਪਤ ਹੋਏ, ਸਾਰੇ ਹੀ ਨਾਸ਼ ਹੋ ਗਏ, ਵਿਅਰਥ ਚਲੇ ਗਏ। ਫਿਰ ਜੀਵ ਨੂੰ ਪਤਾ ਲੱਗਦਾ ਕਿ ਉਹ ਧੋਖਾ ਹੋ ਗਿਆ ਮੇਰੇ ਨਾਲ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਓਟ ਹੈ, ਉਹਨਾਂ ਨੂੰ ਧੋਖਾ ਲੱਗਦਾ ਨਹੀਂ, ਕਿਉਂਕਿ ਉਹ ਕਰਮਾਂ ਦੇ ਕਰਨ ਵਿੱਚ ਹੰਕਾਰ ਨਹੀਂ ਕਰਦੇ। ਕਰਮ ਕਰਦੇ ਹੋਏ ਵੀ ਕਰਨ ਵਾਲਾ ਵਾਹਿਗੁਰੂ ਨੂੰ ਸਮਝਦੇ ਹੈ ਤੇ ਵਕਾਰਾਂ ਤੋਂ ਨਾਮ ਦੇ ਜਪਣੇ ਕਰਕੇ ਬਚ ਜਾਂਦੇ ਹੈ। ਤੇ ਫਿਰ ਮਾਇਆ ਉਹਨਾਂ ਨੂੰ ਛਲ ਨਹੀਂ ਸਕਦੀ। ਸਤਿਗੁਰੂ ਜੀ ਕਹਿੰਦੇ ਤਾ ਕੋ ਧੋਖਾ ਕਹਾਂ ਵਿਆਪੈ। ਉਹਨਾਂ ਨੂੰ ਧੋਖਾ ਫਿਰ ਕਿਵੇਂ ਵਿਆਪ ਸਕਦਾ, ਕਿਵੇਂ ਲੱਗ ਸਕਦਾ? ਹੇ ਵਾਹਿਗੁਰੂ, ਜਿਨ੍ਹਾਂ ਨੂੰ ਤੇਰੀ ਓਟ ਹੈ, ਜਿਨ੍ਹਾਂ ਨੂੰ ਤੇਰਾ ਆਸਰਾ ਤੱਕਣਾ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਜਿਹੜੇ ਹਰੀ ਨਾਮ ਤੋਂ ਬਿਨਾਂ ਹਨ, ਵਾਹਿਗੁਰੂ ਨਾਮ ਨਹੀਂ ਜਪਦੇ, ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੀਵ ਦੁੱਖ ਪਾਉਂਦੇ ਹੈ, ਸਰੀਰਕ ਦੁੱਖ ਸਹਿੰਦੇ ਹੈ, ਰੋਗਾਂ ਨੂੰ ਜਿਹੜਾ ਉਹ ਸਹਾਰਦੇ ਹੈ। ਰੋਗਾਂ ਦੀਆਂ ਪੀੜਾਂ ਬਹੁਤ ਵਿਆਪਦੀਆਂ ਨੇ। ਫਿਰ ਮਨ ਦੀਆਂ ਮਾਨਸਿਕ ਪੀੜਾਂ ਜਿਹੜੀਆਂ ਉਹ ਤੰਗ ਕਰਦੀਆਂ ਨੇ। ਮਹਾਰਾਜ ਨੇ ਕਿਹਾ ਨਾ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਹਦੇ ਤਨ ਸਰੀਰ 'ਚੋਂ ਵਾਹਿਗੁਰੂ ਦੀ ਯਾਦ ਭੁੱਲ ਜਾਂਦੀ ਹੈ, ਨਿਰੰਕਾਰ ਦੀ ਬਾਣੀ ਵਿਸਰ ਜਾਂਦੀ ਹੈ, ਜਿਉਂ ਪੱਕਾ ਕੋਹੜੀ ਹੁੰਦਾ ਨਾ, ਪੱਕਾ ਰੋਗੀ, ਉਹ ਜਿਵੇਂ ਵਿਰਲਾਪ ਕਰਦਾ ਹੈ, ਇਵੇਂ ਮਹਾਰਾਜ ਕਹਿੰਦੇ ਉਹ ਜੀਵ ਦੁੱਖ ਪਾਉਂਦੇ। ਹਰ ਕੇ ਨਾਮ ਬਿਨਾ ਦੁੱਖ ਪਾਵੈ। ਵਾਹਿਗੁਰੂ ਦੇ ਨਾਮ ਤੋਂ ਬਿਨਾ ਇਹ ਜੀਵ ਸੰਸਾਰ ਦੇ ਅੰਦਰ ਵੀ ਦੁੱਖ ਪਾਉਂਦਾ ਹੈ। ਨਾਮ ਨਹੀਂ ਜਪਿਆ ਪਰਲੋਕ ਵਿੱਚ ਵੀ ਇਹਦਾ ਸੂਖਸ਼ਮ ਸਰੀਰ ਬਹੁਤ ਦੁੱਖ ਪਾਉਂਦਾ ਹੈ, ਬੜੀਆਂ ਸਜ਼ਾਵਾਂ ਸਹਾਰਦਾ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾ ਦੁੱਖ ਹੀ ਦੁੱਖ ਹੈ, ਦੁੱਖ ਹੀ ਦੁੱਖ ਹੈ। ਕੁਛ ਨਹੀਂ ਹੋਰ ਪ੍ਰਾਪਤ ਹੁੰਦਾ ਸੰਸਾਰ ਵਿੱਚ। ਸਾਰਾ ਕੁਝ ਜੋ ਸੁਖ ਰੂਪ ਸਮਝਿਆ ਹੋਇਆ ਇਹ ਸਾਰਾ ਦੁੱਖ ਰੂਪ ਹੀ ਹੈ। ਪਰ ਮਨ ਬੌਰਾ ਸਮਝਦਾ ਨਹੀਂ, ਮਨ ਕਮਲਾ, ਇਹਨੂੰ ਪਤਾ ਨਹੀਂ ਲੱਗਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਗੱਲ ਨੂੰ ਸੱਚ ਕਰਕੇ ਜਾਣ ਲੈ ਕਿ ਹਰ ਕੇ ਨਾਮ ਬਿਨਾ ਦੁੱਖ ਪਾਵੈ। ਵਾਹਿਗੁਰੂ ਦੇ ਨਾਮ ਤੋਂ ਬਿਨਾ ਜਿਹੜਾ ਨਾ ਜੀਵ, ਤੂੰ ਸਦਾ ਹੀ ਦੁੱਖ ਪਾਵੇਂਗਾ, ਕਦੇ ਸੁੱਖ ਨਹੀਂ ਪਾ ਸਕੇਂਗਾ। ਵਾਹਿਗੁਰੂ ਨਾਮ ਨਾਲ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ ਹੈ। ਤੇ ਨਾਮ ਤੋਂ ਬਿਨਾ ਸਿੱਖੋ, ਵਾਹਿਗੁਰੂ ਜੀ ਦਾ ਜੇ ਨਾਮ ਨਹੀਂ ਜਪਿਆ, ਨਾਮ ਤੋਂ ਬਿਨਾ ਹੈ ਰਹਿਤ ਹੈ,
ਉਹ ਭਾਈ ਦੁੱਖ ਪਾਉਂਦਾ ਹੈ। ਭਗਤ ਬਿਨਾ ਸਹਸਾ ਨਹਿ ਚੂਕੈ। ਸੱਚੇ ਪਾਤਸ਼ਾਹ ਜੀ ਕਹਿੰਦੇ ਅਸਲ ਵਿੱਚ ਅੰਦਰ ਨਾ ਸ਼ੰਕਾ ਹੈ ਇਹਦੇ। ਸ਼ੰਕਾ ਵਾਹਿਗੁਰੂ ਦੇ ਸਰੂਪ ਉੱਪਰ, ਪਰਮੇਸ਼ਰ ਦੀ ਹੋਂਦ ਤੇ ਨਿਸ਼ਚਾ ਨਹੀਂ ਹੈ ਕਿ ਵਾਹਿਗੁਰੂ ਹੈ, ਮੇਰੀ ਰੱਖਿਆ ਕਰੇਗਾ। ਨਹੀਂ, ਇਸ ਨੂੰ ਇਸ ਗੱਲ ਦੇ ਉੱਤੇ ਸ਼ੰਕਾ ਹੈ। ਇਹ ਜਿਹੜਾ ਸ਼ੰਕਾ ਹੈ ਨਾ, ਵਾਹਿਗੁਰੂ ਜੀ ਦੇ ਅੰਦਰ ਮਨ ਨਹੀਂ ਇਹਦਾ ਮੰਨਿਆ ਹੋਇਆ, ਤੇ ਜਿਸ ਦਾ ਮਨ ਕਰਕੇ ਵਾਹਿਗੁਰੂ ਵਿੱਚ ਪਿਆਰ ਨਾ ਲੱਗੇ, ਵਾਹਿਗੁਰੂ ਜੀ ਦੀ ਹੋਂਦ ਦੇ ਉੱਤੇ ਮਨ ਵਿੱਚ ਸ਼ੰਕਾ ਹੋਵੇ, ਉਹਨੂੰ ਨਾਸਤਕ ਕਹਿੰਦੇ ਐ। ਬਾਹਰੋਂ ਤਾਂ ਭਾਵੇਂ ਆਸਤਕ ਹੀ ਹਾਂ ਤੇ ਕਹਿੰਦੇ ਹਾਂ ਕਿ ਸਾਨੂੰ ਵਾਹਿਗੁਰੂ ਤੇ ਭਰੋਸਾ ਹੈ, ਪਰ ਸਾਡੇ ਮਨ ਨੂੰ ਨਿਰੰਕਾਰ ਤੇ ਭਰੋਸਾ ਨਹੀਂ। ਅਸੀਂ ਮਨ ਕਰਕੇ ਓਟ ਨਹੀਂ ਲਈ ਹੈ। ਮਨ ਕਰਕੇ ਸਾਡੀ ਓਟ ਸਾਡਾ ਸਰੀਰ ਹੀ ਹੈ। ਸਾਡੀ ਓਟ ਸਾਡੇ ਆਪਣੇ ਦਿਮਾਗ ਤੇ, ਸਿਆਣਪ ਤੇ, ਮਾਇਆ ਤੇ, ਪਦਾਰਥਾਂ ਤੇ, ਰਿਸ਼ਤੇਦਾਰਾਂ ਤੇ, ਇਹ ਓਟ ਹੈ ਮਨ ਕਰਕੇ ਸਾਡੀ। ਪਰ ਮਹਾਰਾਜ ਕਹਿੰਦੇ ਨੇ ਮਨ ਰੇ ਓਟ ਲਿਹੋ ਹਰ ਨਾਮਾ। ਵਾਹਿਗੁਰੂ ਦੇ ਨਾਮ ਦੀ ਓਟ ਲੈ। ਪਰ ਜਿੰਨਾ ਚਿਰ ਮਨ ਤੋਂ ਇਹ ਸ਼ੰਕਾ ਨਹੀਂ ਮਿਟਦਾ, ਸਤਿਗੁਰੂ ਜੀ ਕਹਿੰਦੇ ਭਾਈ ਜੀਵਨ ਨਾਮ ਵੱਲ ਫਿਰ ਤੀਬਰਤਾ ਨਾਲ ਲੱਗਦੇ ਨਹੀਂ। ਤੇ ਮਹਾਰਾਜ ਇਹ ਸ਼ੰਕਾ ਮਿਟੇਗਾ ਕਿਵੇਂ? ਤੇ ਹਜੂਰ ਫਰਮਾਉਂਦੇ ਹਨ, ਗੁਰ ਇਹੋ ਭੇਦ ਭਗਤ ਬਿਨਾ ਸਹਸਾ ਨਹਿ ਚੂਕੈ। ਭਗਤ ਬਿਨਾ ਸਹਸਾ ਨਹਿ ਚੂਕੈ। ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਬਿਨਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅੰਦਰ ਜਿਹੜਾ ਸ਼ੰਕਾ ਹੈ ਨਾ, ਪਰਮੇਗਤ ਸ਼ੰਕਾ, ਪ੍ਰਮਾਣਗਤ ਸ਼ੰਕਾ, ਇਹ ਅੰਦਰੋਂ ਨਾਸ਼ ਨਹੀਂ ਹੁੰਦਾ। ਵਾਹਿਗੁਰੂ ਦੀ ਭਾਵ ਭਗਤੀ ਦੇ ਨਾਲ ਹੀ ਜਦੋਂ ਸਿਮਰਨ ਕਰੀਦਾ, ਮਨ ਭਾਵੇਂ ਨਹੀਂ ਲੱਗਦਾ, ਪਰ ਫਿਰ ਵੀ ਸਿਮਰਨ ਕਰਨ ਦੇ ਨਾਲ ਹੌਲੀ ਹੌਲੀ ਮਨ ਦੇ ਅੰਦਰ ਜਿਹੜੇ ਸ਼ੰਕੇ ਪਏ ਹੋਏ ਆ ਨਾ, ਇਹ ਪਹਿਲੋਂ ਨਾਸ਼ ਹੁੰਦੇ। ਸ਼ੰਕਾ ਹਟਣ ਨਾਲ ਹੀ ਪ੍ਰੇਮ ਪੈਂਦਾ। ਜਿੰਨਾ ਚਿਰ ਸ਼ੰਕਾ ਪਿਆ ਹੋਇਆ, ਪ੍ਰੇਮ ਕੀ ਪਵੇਗਾ? ਕਿਉਂਕਿ ਜਿਸ ਵਿੱਚ ਨਿਸ਼ਚੈ ਹੀ ਨਹੀਂ ਕਿ ਉਹ ਹੈ ਜਾਂ ਨਹੀਂ ਹੈ, ਜਿਹਦਾ ਮਨ ਨੇ ਅਜੇ ਤੱਕ ਵੀ ਇਹ ਹੀ ਨਹੀਂ ਮਨ ਦੇ ਅੰਦਰ ਨਿਸ਼ਚਾ ਕੀਤਾ, ਤੇ ਫਿਰ ਜਿਸ ਨੂੰ ਮਨ ਇਉਂ ਪ੍ਰਤੀਤ ਕਰ ਰਿਹਾ ਕਿ ਉਹ ਹੈ ਨਹੀਂ, ਤੇ ਫਿਰ ਉਸ ਨਾਲ ਪ੍ਰੇਮ ਕਿਵੇਂ ਪਵੇਗਾ? ਜਦੋਂ ਮਨ ਇਹ ਨਿਸ਼ਚਾ ਕਰ ਲੈਂਦਾ ਨਾ ਕਿ ਵਾਹਿਗੁਰੂ ਹੈ, ਪਰ ਮੈਂ ਬਹੁਤ ਦੂਰ ਹੋ ਗਿਆ ਆਪਣੇ ਮਨ ਕਰਕੇ, ਮੇਰੇ ਔਗਣਾਂ ਤੇ ਪਾਪਾਂ ਕਰਕੇ ਮੈਂ ਦੂਰ ਹਾਂ, ਇਹ ਮਨ ਦੇ ਸ਼ੰਕੇ ਨੇ, ਇਹ ਮਨਾਂ ਨਿਵਰਤ ਕਰਨੇ ਚਾਹੀਦੇ ਹੈ। ਤੇ ਫਿਰ ਉਹ ਭਾਵ ਭਗਤੀ ਵਿੱਚ ਜੁੜੇ। ਵਾਹਿਗੁਰੂ ਦੀ ਭਗਤੀ ਦੇ ਨਾਲ ਜਦੋਂ ਪ੍ਰੇਮ ਕਰਦਾ ਹੈ, ਭਗਤੀ ਵਿੱਚ ਇਕਮਿਕ ਹੁੰਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਇਹਦੇ ਅੰਦਰੋਂ ਸ਼ੰਕੇ ਨਾਸ਼ ਹੁੰਦੇ ਆ। ਵਾਹਿਗੁਰੂ ਦੀ ਭਾਵ ਭਗਤੀ ਤੋਂ ਬਿਨਾ ਮਨ ਦੇ ਅੰਦਰ ਜਿਹੜੇ ਪਏ ਹੋਏ ਸ਼ੰਕੇ ਨੇ, ਸਤਿਗੁਰੂ ਜੀ ਕਹਿੰਦੇ ਨਾਸ਼ ਨਹੀਂ ਹੁੰਦੇ ਹਨ। ਗੁਰ ਇਹੋ ਭੇਦ ਬਤਾਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਗੱਲ ਹੈ ਕੌਣ ਕਹਿੰਦਾ ਹੈ? ਸਤਿਗੁਰੂ ਜੀ ਕਹਿੰਦੇ ਇਹ ਭੇਦ ਤਾਂ ਭਾਈ ਗੁਰੂ ਨਾਨਕ ਸਾਹਿਬ ਨੇ ਬਤਾਇਆ ਹੈ, ਦੱਸਿਆ ਹੈ। ਇਹ ਭੇਦ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਦੱਸਿਆ ਸੰਸਾਰ ਨੂੰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਗੁਰੂ ਦੁਆਰਾ ਹੀ ਇਹ ਭੇਦ ਖੁੱਲ੍ਹਦਾ। ਜਦੋਂ ਗੁਰੂ ਦੀਕਸ਼ਾ ਲਈਏ ਨਾ, ਤੇ ਗੁਰੂ ਜੀ ਦਾ ਦੀਕਸ਼ਾ ਮੰਤਰ ਲੈ ਕਰਕੇ ਜਪੀਏ, ਨਾਮ ਦਾ ਅਭਿਆਸ ਕਰੀਏ, ਤੇ ਫਿਰ ਅੰਦਰੋਂ ਸ਼ੰਕਾ ਨਾਸ਼ ਹੁੰਦਾ ਹੈ। ਇਹ ਭੇਦ ਗੁਰੂ ਸਾਹਿਬ ਦੱਸਦੇ ਆ। ਹੋਰ ਇਹ ਭੇਦ ਵਾਲੀ ਗੱਲ ਹੁੰਦੀ ਜਿਹੜੀ ਪਤਾ ਨਾ ਹੋਵੇ, ਕਿਸੇ ਨੂੰ ਪਤਾ ਨਾ ਚੱਲ ਸਕੇ। ਇਹ ਬੜੀ ਗੁੱਝੀ ਗੱਲ ਹੈ, ਬੜੀ ਭੇਦ ਵਾਲੀ ਗੱਲ ਹੈ। ਮਹਾਰਾਜ ਕਹਿੰਦੇ ਭਾਈ ਪਤਾ ਨਹੀਂ ਲੱਗਦਾ ਹਰੇਕ ਨੂੰ, ਤੇ ਇਹ ਭੇਦ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਖੋਲ੍ਹਿਆ। ਗੁਰੂ ਸਾਹਿਬ ਨੇ ਬਤਾਇਆ ਹੈ, ਦੱਸਿਆ ਹੈ ਕਿ ਵਾਹਿਗੁਰੂ ਦੀ ਭਗਤੀ ਤੋਂ ਬਿਨਾ ਮਨ ਦੇ ਅੰਦਰੋਂ ਸ਼ੰਕੇ ਨਹੀਂ ਦੂਰ ਹੁੰਦੇ। ਵਾਹਿਗੁਰੂ ਦੀ ਭਗਤੀ ਗੁਰੂ ਸਾਹਿਬ ਤੋਂ ਦੀਕਸ਼ਾ ਮੰਤਰ ਲੈ ਕਰਕੇ ਪ੍ਰੇਮ ਸਹਿਤ ਕਰਨੀ ਚਾਹੀਦੀ ਹੈ, ਫਿਰ ਜੀਵ ਦੇ ਦੁੱਖ ਨਾਸ਼ ਹੋਣਗੇ। ਨਹੀਂ ਤਾਂ ਮਹਾਰਾਜ ਕਹਿੰਦੇ ਭਗਤੀ ਤੋਂ ਬਿਨਾ ਪਏ ਹੋਏ ਸ਼ੰਕੇ
ਕਦਾਚਿਤ ਵੀ ਜੀਵ ਸੁਖੀ ਨਹੀਂ ਹੁੰਦਾ। ਇਹ ਭੇਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੱਸਿਆ ਹੈ। ਰਹਾਉ। ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਕਹਾ ਭਇਓ ਤੀਰਥ ਬ੍ਰਤ ਕੀਏ। ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਤੀਰਥ ਕਰਦੇ ਆ ਯਾਤਰਾ ਤੇ ਫਿਰ ਵਰਤ ਆਦਿਕ ਰੱਖਦੇ ਆ, ਕੋਈ ਰਾਮ ਨੌਮੀ ਦਾ ਵਰਤ ਰੱਖਦਾ ਹੈ, ਕੋਈ ਜਿਹੜਾ ਹੈ ਨਰਸਿੰਘ ਚੌਦੇ ਦਾ ਵਰਤ ਰੱਖਦਾ, ਕੋਈ ਪੂਰਨਮਾਸ਼ੀ ਦਾ ਵਰਤ ਰੱਖਦਾ ਹੈ, ਕੋਈ ਮੱਸਿਆ ਦਾ ਵਰਤ ਰੱਖਦਾ ਹੈ, ਇਸ ਪ੍ਰਕਾਰ ਕੋਈ ਇਕਾਦਸ਼ੀ ਦਾ ਵਰਤ ਰੱਖਦਾ ਹੈ। ਤੇ ਜਿਹੜੇ ਇਸ ਪ੍ਰਕਾਰ ਨੇਮ ਨਿਯਮ ਕਈ ਕਰਦੇ ਆ, ਕਹਾਂ ਭਇਓ ਤੀਰਥ ਬ੍ਰਤ ਕੀਏ। ਮਹਾਰਾਜ ਕਹਿੰਦੇ ਭਾਈ ਜੇ ਕਰਕੇ ਤੀਰਥ ਯਾਤਰਾ ਬਹੁਤ ਸਾਰੀ ਕਰ ਲਈ, ਬੜੇ ਤੀਰਥਾਂ ਤੇ ਗਮਨ ਕਰਦਾ ਰਿਹਾ ਤੇ ਬਹੁਤ ਸਾਰੇ ਜਿਹੜੇ ਆ ਵਰਤ ਵੀ ਸਾਰੇ ਜੇ ਰੱਖ ਲਏ, ਕੀ ਹੋ ਗਿਆ ਜੇ ਸਾਰੇ ਕਰਮ ਕਰ ਲਏ। ਰਾਮ ਸਰਨ ਨਹੀਂ ਆਵੈ। ਪਰ ਰਮੇ ਹੋਏ ਰਾਮ ਦੀ ਸ਼ਰਨ ਵਿੱਚ ਤਾਂ ਆਇਆ ਹੀ ਨਹੀਂ, ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੀ ਨਹੀਂ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਫਿਰ ਕੀ ਹੋ ਗਿਆ ਜੇ ਉਹਨੇ ਇੰਨੀ ਤੀਰਥ ਯਾਤਰਾ ਕਰ ਲਈ ਤਾਂ ਕੀ ਹੋ ਗਿਆ। ਬਹੁਤ ਜ਼ਿਆਦਾ ਜੇ ਉਹਨੇ ਵਰਤ ਆਦਿਕ ਰੱਖ ਲਏ ਤੇ ਇਹਨਾਂ ਸਾਧਨਾਂ ਦੇ ਨਾਲ ਕੀ ਉਹਨੂੰ ਪ੍ਰਾਪਤ ਹੋ ਸਕਦਾ? ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫੋਕਟ ਧਰਮ ਨਾ ਕੌਡੀ ਕਾਮੰ। ਇਹ ਫਿਰ ਸਾਰੇ ਫੋਕਟ ਹੀ ਹਨ, ਕੋਈ ਕੌਡੀ ਦਾ ਕੰਮ ਵੀ ਨਹੀਂ ਸਵਾਰ ਸਕਦੇ ਜੇ ਕਰਕੇ ਰਾਮ ਸ਼ਰਨ ਨਹੀਂ ਆਵੇ। ਵਾਹਿਗੁਰੂ ਦੀ ਸ਼ਰਨ ਵਿੱਚ ਹੀ ਤੇਰਾ ਮਨ ਨਹੀਂ ਆਇਆ, ਵਾਹਿਗੁਰੂ ਦੀ ਹੋਂਦ ਵਿੱਚ ਤੇਰਾ ਮਨ ਪ੍ਰਪੱਕ ਨਹੀਂ ਹੋਇਆ, ਉਹਨੂੰ ਸਮਰੱਥ ਨੂੰ ਚੇਤੇ ਹੀ ਨਹੀਂ ਕਰਦਾ। ਮਨ ਕਰਕੇ ਉਹਦੀ ਸ਼ਰਨ ਵਿੱਚ ਆਉਣਾ ਕੀ ਵਾਹਿਗੁਰੂ ਨਾਲ ਪਿਆਰ ਪਾ ਲੈਣਾ, ਪਰਮੇਸ਼ਰ ਨੂੰ ਸਾਰੇ ਕਾਰਜਾਂ ਦਾ ਕਰਨ ਵਾਲਾ ਸਮਝਣਾ, ਨਿਰੰਕਾਰ ਦੀ ਓਟ ਵਿੱਚ ਚੱਲਣਾ ਸਦਾ ਹੀ, ਆਪਣੇ ਸਰੀਰ ਦਾ ਮਨ ਦਾ ਹੰਕਾਰ ਨਾ ਕਰਨਾ। ਇਹ ਹੈ ਮਹਾਰਾਜ ਦੀ ਸ਼ਰਨ ਵਿੱਚ ਆਉਣਾ। ਸਤਿਗੁਰੂ ਜੀ ਕਹਿੰਦੇ ਭਾਈ ਜੇ ਕਰਕੇ ਇਹ ਚੀਜ਼ਾਂ ਛੁੱਟੀਆਂ ਹੀ ਨਹੀਂ ਤੇ ਫਿਰ ਮਹਾਰਾਜ ਕਹਿੰਦੇ ਕੀ ਕਰ ਲਿਆ ਉਹਨੇ ਤੀਰਥ ਯਾਤਰਾ ਕਰਕੇ, ਤੇ ਫਿਰ ਕੀ ਕਰ ਲਿਆ ਉਹਨੇ ਵਰਤ ਆਦਿਕ ਰੱਖ ਕਰਕੇ, ਜਦੋਂ ਕਿ ਵਾਹਿਗੁਰੂ ਦੀ ਸ਼ਰਨ ਹੀ ਨਹੀਂ ਗ੍ਰਹਿਣ ਕੀਤੀ ਹੈ। ਜੋਗ ਜਗ ਨਿਹਫਲ ਤਿਹ ਮਾਨੋ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਯੋਗ ਸਾਧਨਾ ਕਰਦੇ ਆ ਉਹ ਤਾਂ ਮਹਾਰਾਜ ਸੁਖੀ ਹੁੰਦੇ ਹੋਣਗੇ। ਮਹਾਰਾਜ ਕਹਿੰਦੇ ਜਿਨ੍ਹੇ ਵਾਹਿਗੁਰੂ ਦੀ ਸ਼ਰਨ ਨਹੀਂ ਗ੍ਰਹਿਣ ਕੀਤੀ, ਸਤਿਗੁਰੂ ਜੀ ਕਹਿੰਦੇ ਜੋਗ ਜਗ ਨਿਹਫਲ ਤੇ ਮਾਨੋ। ਪੜ੍ਹ ਦਿਓ ਪੰਕਤੀ ਸਾਰੀ। ਜੋਗ ਜਗ ਨਿਹਫਲ ਤਿਹ ਮਾਨੋ, ਜੋ ਪ੍ਰਭ ਜਸ ਬਿਸਰਾਵੈ। ਜਿਹੜਾ ਮੇਰੇ ਵਾਹਿਗੁਰੂ ਦੇ ਜਸ ਨੂੰ ਵਿਸਾਰ ਦਿੰਦਾ ਨਾ, ਪਰਮੇਸ਼ਰ ਦੇ ਭਜਨ ਨੂੰ ਨਹੀਂ ਇਕਾਗਰ ਹੋ ਕਰਕੇ ਕਰਦਾ, ਸੱਚੇ ਪਾਤਸ਼ਾਹ ਕਹਿੰਦੇ ਉਹਨੇ ਜਿੰਨੇ ਮਰਜ਼ੀ ਭਾਵੇਂ ਆਸਣ ਲਾਉਣੇ ਸਿੱਖੇ ਹੋਣ ਤੇ ਬੜੇ ਬੜੇ ਚਿਰ ਪਦਮ ਆਸਣ ਲਾਉਂਦਾ ਹੋਵੇ ਤੇ ਬੜਾ ਜ਼ਿਆਦਾ ਯੋਗ ਜਿਹੜਾ ਪ੍ਰਾਣਾਯਾਮ ਵੀ ਸਿੱਖਿਆ ਹੋਵੇ, ਸਵਾਸਾਂ ਨੂੰ ਚਾੜਨਾ ਜਾਣਦਾ ਹੋਵੇ, ਟਿਕਾਉਣਾ ਤੇ ਉਤਾਰਨਾ ਜਾਣਦਾ ਹੋਵੇ, 6 ਚੱਕਰਾਂ ਨੂੰ ਵੀ ਬਿਰਤੀ ਵਿੰਨ ਗਈ ਹੋਵੇ, 10ਮ ਦਵਾਰ ਦੇ ਅੰਦਰ ਚੜ ਜਾਂਦੇ ਹੋਣ ਪ੍ਰਾਣ, ਪਰ ਮਹਾਰਾਜ ਕਹਿੰਦੇ ਤਾਂ ਵੀ ਉਹਦਾ ਇਹ ਸਾਰਾ ਕੀਤਾ ਹੋਇਆ ਯੋਗ ਕਮਾਇਆ ਹੋਇਆ ਨਿਸਫਲ ਹੀ ਹੈ, ਕਿਸੇ ਕੰਮ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਪ੍ਰਭੂ ਦੇ ਜਸ ਨੂੰ ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ ਤੇ ਜਗ ਆਦਿਕ ਕਰਮ ਹੁੰਦੇ ਆ, ਬੜਾ ਬੜਾ ਜਿਹੜਾ ਹੈ ਉਹ ਯਤਨ ਕਰਦੇ ਰਾਜੇ ਲੋਕ ਕਿ ਅਸੀਂ ਰਾਜ ਸੂਏ ਜਗ ਕਰੀਏ, ਜਾਨਵਰਾਂ ਦੀਆਂ ਬਲੀਆਂ ਆਦਿਕ ਦਿੰਦੇ, ਫਿਰ ਕਈ ਕਈ ਮਣ ਸੋਨਾ ਦਾਨ ਕਰਦੇ, ਕਿੱਡੇ ਕਿੱਡੇ ਹਵਨ ਬਣਾ ਕੇ ਕਈ ਸਮੱਗਰੀਆਂ ਉਹਦੇ ਅੰਦਰ ਜਿਹੜੀਆਂ ਸੀ ਘਿਓ ਆਦਿਕ ਹੋਰ ਉਹ ਸਾਰਾ ਕੁਝ ਫੂਕ ਦਿੰਦੇ, ਦੇਵਤਿਆਂ ਨੂੰ ਆਹੂਤੀਆਂ ਕਹਿੰਦੇ ਦਿੰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਏਡੇ ਵੱਡੇ ਕੀਤੇ ਹੋਏ ਜੱਗ ਵੀ ਜਿਹੜੇ ਆ ਨਾ ਉਹਦੇ ਨਿਸਫਲ ਹੀ ਹੈ। ਇਹ ਮਹਾਰਾਜ ਕਹਿੰਦੇ ਮਾਨੋ ਜਾਣਨਾ ਕਰੋ, ਭਾਵ ਮੰਨਣਾ ਕਰੋ। ਜੋਗ ਜੱਗ ਨਿਹਫਲ ਤਿਹ ਮਾਨੋ, ਜੋ ਪ੍ਰਭ ਜਸ ਬਿਸਰਾਵੈ। ਜਿਹੜਾ ਪ੍ਰਭੂ ਦੇ ਜਸ ਨੂੰ ਵਿਸਾਰਦਾ ਏ, ਭੁਲਾ ਦਿੰਦਾ ਹੈ, ਭਜਨ ਨਹੀਂ ਕਰਦਾ ਤੇ ਯੋਗ ਸਾਧਨਾ ਕਰਦਾ ਹੈ ਤੇ ਜਗ ਆਦਿਕ ਬੜੇ ਚੰਗੇ ਕਰਮ ਕਰਦਾ ਹੈ,
ਪਰ ਉਹਦੇ ਕੀਤੇ ਹੋਏ ਮਹਾਰਾਜ ਕਹਿੰਦੇ ਸਾਰੇ ਬੇਫਲ ਹਨ ਕਿ ਕੋਈ ਵੀ ਉਸ ਨੂੰ ਫਲ ਜਿਹੜਾ ਨਾ ਇਹਨਾਂ ਕਰਮਾਂ ਨਾਲ ਪ੍ਰਾਪਤ ਨਹੀਂ ਹੁੰਦਾ। ਹਾਂ, ਜੇਕਰ ਕਿ ਵਾਹਿਗੁਰੂ ਦੇ ਭਜਨ ਨੂੰ ਨਾ ਵਿਸਾਰੇ, ਮਹਾਰਾਜ ਦਾ ਨਾਮ ਪ੍ਰੇਮ ਨਾਲ ਜਪੇ, ਫਿਰ ਇਹਨਾਂ ਕੀਤੇ ਹੋਏ ਕਰਮਾਂ ਦਾ ਵੀ ਫਲ ਪ੍ਰਾਪਤ ਹੁੰਦਾ ਹੈ। ਜਿਵੇਂ ਸਿਫਰ ਦਾ ਕੱਲੀ ਦਾ ਕੋਈ ਮੁੱਲ ਨਹੀਂ ਨਾ, ਤੇ ਜੇ ਏਕਾ ਨਾਲ ਲੱਗ ਜੇ ਤੇ ਫਿਰ ਉਸ ਜੀਰੋ ਦਾ ਵੀ ਮੁੱਲ ਪੈ ਜਾਂਦਾ ਹੈ। ਏਕਾ ਹੈ ਵਾਹਿਗੁਰੂ ਦਾ ਨਾਮ, ਜਿਨੇ ਨਾਮ ਜਪਿਆ ਹੈ। ਮਹਾਰਾਜ ਨੇ ਕਿਹਾ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਏ ਉਹਨਾਂ ਦੇ ਸਾਰੇ ਕੰਮ ਸੌਰ ਜਾਂਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਜਿਨ੍ਹਾਂ ਨਾਮ ਵਿਸਾਰ ਦਿੱਤਾ ਹੈ, ਮੇਰੇ ਪ੍ਰਭੂ ਦਾ ਜਸ ਭੁਲਾ ਦਿੱਤਾ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦੇ ਸਾਰੇ ਹੀ ਕਰਮ ਨਿਸਫਲ ਬੇਫਲ ਹੋ ਜਾਂਦੇ ਆ। ਚਾਹੇ ਉਹਨਾਂ ਯੋਗ ਸਾਧਨਾ ਕੀਤੀ ਹੋਵੇ, ਚਾਹੇ ਮਹਾਰਾਜ ਕਹਿੰਦੇ ਭਾਈ ਜਗ ਆਦਿਕ ਬੜੇ ਵੱਡੇ ਪੁੰਨ ਕਰਮ ਕੀਤੇ ਹੋਣ, ਸਭ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਿਸਫਲ ਚਲੇ ਜਾਂਦੇ ਆ। ਮਾਨ ਮੋਹ ਦੋਨੋਂ ਕੋ ਪਰ ਹਰ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਕੀ ਕਰਨਾ ਚਾਹੀਦਾ ਗਰੀਬ ਨਵਾਜ, ਜਿਸ ਕਰਕੇ ਕਿ ਵਾਹਿਗੁਰੂ ਦੇ ਸਾਡੇ ਗੁਣ ਗਾਏ ਹੋਏ ਲੇਖੇ ਵਿੱਚ ਪੈ ਜਾਣ। ਮਹਾਰਾਜ ਸਾਨੂੰ ਵੀ ਨਾਮ ਦੇ ਜਪਣ ਦਾ ਪਿਆਰ ਲੱਗ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਭ ਤੋਂ ਉੱਤਮ ਕਰਮ ਇਹ ਹੈ ਕਿ ਆਪਣੇ ਮਨ ਦਾ ਮਾਣ ਛੱਡ ਦੇਣਾ ਚਾਹੀਦਾ ਹੈ, ਤੇ ਫਿਰ ਜਿਹੜਾ ਦੇਹਾਂ ਦਾ ਮੋਹ ਚਿੰਬੜਿਆ ਹੋਇਆ ਹੈ ਇਹਨੂੰ ਤਿਆਗ ਦੇਣਾ ਚਾਹੀਦਾ ਹੈ। ਇਹ ਛੁੱਟਦੇ ਨਹੀਂ। ਜੇਕਰ ਕਿ ਮਾਣ ਛੁੱਟ ਜਾਵੇ, ਜੀਵ ਦੇ ਮਨ ਤੋਂ ਏਡਾ ਵੱਡਾ ਬੋਝ ਲੱਥ ਜਾਂਦਾ ਜਿਵੇਂ ਚੱਕਿਆ ਹੋਇਆ ਪਹਾੜ ਹੀ ਸਿਰ ਤੋਂ ਉਤਾਰ ਦਿੱਤਾ ਹੋਵੇ। ਮਹਾਰਾਜ ਕਹਿੰਦੇ ਨੇ ਮੋਹ ਦਾ ਬੱਝਾ ਹੋਇਆ ਇਹ ਸਰੀਰ ਕਰਕੇ ਸੰਸਾਰ ਵਿੱਚ ਜਿੰਨਾ ਜੀਵਨ ਜਿਉਂਦਾ ਹੈ ਮੋਹ ਦੀ ਦਲਦਲ 'ਚ ਹੀ ਫਸਿਆ ਰਹਿੰਦਾ ਹੈ। ਫਿਰ ਜਦੋਂ ਸਰੀਰ ਛੁੱਟਦਾ ਹੈ ਤੇ ਮੋਹ ਦਾ ਮਾਰਿਆ ਫਿਰ ਉੱਥੇ ਹੀ ਕਿਸੇ ਤਰੀਕੇ ਨਾਲ ਹੋਰ ਜੂਨ ਵਿੱਚ ਆ ਜਾਂਦਾ ਹੈ, ਕਿਉਂਕਿ ਇਹ ਮੋਹ ਦੀ ਵਾਸ਼ਨਾ ਹੀ ਇਹਨੂੰ ਬਾਰ-ਬਾਰ ਜਨਮ ਦਿੰਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ ਭਾਈ ਨਾਮ ਦਾ ਜਾਪ ਕਰੋ ਆਪਣੇ ਮੁਖ ਤੋਂ, ਤੇ ਮਨ ਦੇ ਮਾਣ ਨੂੰ ਅਤੇ ਦੇਹ ਦੇ ਮੋਹ ਨੂੰ ਛੱਡ ਕਰਕੇ ਦੋਨੋਂ ਕੋ ਪਰਹਰ, ਦੋਹਾਂ ਨੂੰ ਪਰਹਰਨ ਕਰਕੇ ਤਿਆਗ ਕਰਕੇ ਗੋਬਿੰਦ ਕੇ ਗੁਣ ਗਾਵੇ। ਮੇਰੇ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਗੁਣ ਗਾਉਣਾ ਕਰੇ। ਗੋ ਜੋ ਪ੍ਰਿਥਵੀ ਦਾ ਬਿੰਦ ਪਾਲਕ ਹੈ, ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਉਸ ਵਾਹਿਗੁਰੂ ਦੇ ਗੁਣ ਮਹਾਰਾਜ ਕਹਿੰਦੇ ਗਾਵੇ। ਇਹ ਜੀਵ ਵਾਸਤੇ ਸਭ ਤੋਂ ਮਹਾਰਾਜ ਉੱਤਮ ਸਾਧਨ ਦੱਸਦੇ ਹੈ। ਜੇਕਰ ਕਿ ਵਾਹਿਗੁਰੂ ਦੇ ਗੁਣ ਨਹੀਂ ਗਾਏ ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੇ। ਵਾਹਿਗੁਰੂ ਦੇ ਨਾਮ ਤੋਂ ਬਿਨਾ ਜੀਵ ਦੁੱਖ ਪਾਉਂਦਾ ਹੈ। ਦੁੱਖ ਵਿੱਚ ਪਿਆ ਹੋਇਆ ਜਿਹਨੂੰ ਨਹੀਂ ਸੋਝੀ ਹੁੰਦੀ, ਦੁੱਖ ਵਿੱਚ ਫਿਰ ਪਰਮੇਸ਼ਰ ਨੂੰ ਉਲਾਂਭੇ ਦਿੰਦਾ ਹੈ ਤੇ ਸੁੱਖ ਮਿਲ ਜਾਂਦਾ ਹੈ, ਫਿਰ ਪਰਮੇਸ਼ਰ ਨੂੰ ਸੁਖੀ ਹੋ ਕੇ ਭੁੱਲ ਜਾਂਦਾ ਹੈ। ਸੰਸਾਰ ਦੇ ਸੁੱਖਾਂ ਨੂੰ ਭੋਗਣ ਵਿੱਚ ਚਿੱਤ ਲੱਗਾ ਰਹਿੰਦਾ ਹੈ ਤੇ ਸੋਚਦਾ ਹੈ ਕਿ ਇਹ ਸੁੱਖ ਸਦੀਵੀ ਰਹਿਣਗੇ। ਮਹਾਰਾਜ ਨੇ ਕਿਹਾ ਜੇ ਭੋਗ ਭੋਗਦਾ ਹੈ ਨਾ ਤੇ ਰੋਗ ਅਵਸ ਚਿੰਬੜਨਗੇ। ਭੋਗੰ ਤਾਂ ਰੋਗੰ, ਹਰਖੰ ਤਾਂ ਸੋਗੰ। ਜੇ ਹਰਖ ਖੁਸ਼ੀ ਹੈ ਤੇ ਸੋਚ ਲੈ ਨਾਲ ਸੋਗ ਵੀ ਜੁੜਿਆ ਹੋਇਆ, ਗਮੀ ਵੀ ਨਾਲ ਹੀ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਨਾਮ ਜਪਿਆ ਕਰ, ਹਰਖ ਸੋਗ ਤੈ ਨਿਆਰਾ ਹੋ ਜਾਏਗਾ। ਫਿਰ ਖੁਸ਼ੀ ਤੇ ਗਮੀ ਤੋਂ ਜਿਹੜਾ ਤੇਰਾ ਅੰਦਰ ਸਰੀਰ, ਸੂਖਸ਼ਮ ਸਰੀਰ ਜਿਹੜਾ ਖੁਸ਼ੀ ਤੇ ਗਮੀ ਨੂੰ ਮੰਨ ਰਿਹਾ ਨਾ, ਉਹ ਹੀ ਵੱਖਰਾ ਹੋ ਜਾਏਗਾ। ਤੇ ਫਿਰ ਤੈਨੂੰ ਨਾ ਖੁਸ਼ੀ ਤੇ ਨਾ ਗਮੀ, ਇਹ ਵਿਆਪਣੀ ਹੀ ਨਹੀਂ। ਜਿਨ੍ਹਾਂ ਨੇ ਜਗਤ ਦੇ ਅੰਦਰ ਤਤ ਸਰੂਪ ਪਰਮੇਸ਼ਰ ਦੇ ਸਿਧਾਂਤ ਨੂੰ, ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪਹਿਚਾਣ ਲਿਆ ਨਾ, ਸਤਿਗੁਰੂ ਜੀ ਕਹਿੰਦੇ ਹਰਖ ਸੋਗ ਤੇ ਰਹਿ ਨਿਆਰੋ। ਜਿਨ੍ਹਾਂ ਨੇ ਇਸ ਸਿਧਾਂਤ ਨੂੰ ਜਾਣਿਆ ਹਰਖ ਤੇ ਸੋਗ ਤੋਂ ਨਿਆਰੇ ਹੋ ਜਾਂਦੇ ਆ, ਵੱਖਰੇ ਹੋ ਜਾਂਦੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਵੇਂ ਨਾਮ ਤੋਂ ਬਿਨਾ
ਸਾਰੇ ਹੋਰ ਜੀਵ ਸਾਧਨ ਕਰਦੇ ਆ, ਬਹੁਤ ਸਾਰੇ ਬੜੇ ਯਤਨ ਕਰਦੇ ਆ, ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾਮ ਤੋਂ ਬਿਨਾ ਸਾਰੇ ਸਾਧਨ ਜਿਹੜੇ ਉਹ ਨਿਸਫਲ ਚਲੇ ਜਾਂਦੇ ਆ। ਕੋਈ ਵੀ ਸਾਧਨ ਜਿਹੜਾ ਹੈ ਉਹ ਪੂਰਾ ਨਹੀਂ ਪੈਂਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਰਲੋਕ ਵਿੱਚ ਕੇਵਲ ਤੇ ਕੇਵਲ ਜਪੇ ਹੋਏ ਨਾਮ ਦਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜੀਵ ਨੂੰ ਜਿਹੜਾ ਹੈ ਉਹ ਲਾਭ ਪ੍ਰਾਪਤ ਹੁੰਦਾ ਹੈ। ਇੱਥੇ ਜਪਿਆ ਹੋਇਆ ਨਾਮ ਸਹਾਇਤਾ ਕਰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਵਾਹਿਗੁਰੂ ਦਾ ਸਿਮਰਨ ਜਿਹੜਾ ਹੈ ਨਾ ਉਹ ਸਾਰੇ ਕਾਰਜਾਂ ਨਾਲੋਂ ਉੱਚਾ ਸਾਧਨ ਹੈ। ਆਨ ਤਿਆਗ ਜਪੋ ਹਰ ਨਾਮ। ਮਹਾਰਾਜ ਕਹਿੰਦੇ ਹੋਰ ਸਾਰੇ ਕੰਮਾਂ ਨੂੰ ਤਿਆਗ ਕਰਕੇ ਵਾਹਿਗੁਰੂ ਦਾ ਨਾਮ ਜਪ ਲਓ, ਭਜਨ ਕਰ ਲਓ, ਕਿਉਂਕਿ ਇਹ ਕੀਤੇ ਹੋਏ ਸਾਰੇ ਸਾਧਨ ਤੀਰਥ ਯਾਤਰਾ ਵੀ ਸਫਲੀ ਹੋ ਜਾਵੇਗੀ। ਫਿਰ ਵਰਤ ਆਦਿਕ ਰੱਖੇ ਹੋਏ ਨਿਯਮ ਸਾਧਨ ਜਿਹੜੇ ਆ ਉਹ ਵੀ ਸਫਲੇ ਹੋ ਜਾਣਗੇ। ਪਰ ਜੇ ਤੂੰ ਨਾਮ ਹੀ ਨਹੀਂ ਜਪਦਾ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਫਿਰ ਭਾਈ ਕੋਈ ਵੀ ਇਹ ਕੀਤੇ ਹੋਏ ਕਰਮ ਤੇਰੇ ਅੱਗੇ ਜਿਹੜੇ ਆ ਉਹ ਤੇਰੀ ਸਹਾਇਤਾ ਨਹੀਂ ਕਰ ਸਕਣਗੇ, ਸਭ ਨਿਸਫਲ ਚਲੇ ਜਾਣਗੇ। ਤੂੰ ਦੋਹਾਂ ਔਗਣਾਂ ਦਾ ਤਿਆਗ ਕਰ ਲੈ। ਇੱਕ ਤਾਂ ਮਨ ਦਾ ਮਾਣ ਛੱਡ ਦੇ। ਮਹਾਰਾਜ ਨੇ ਕਿਹਾ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਸ ਭਾਗੋ। ਇਹ ਮਾਨ ਛੱਡ ਦਿਓ ਆਪਣੇ ਮਨ ਦਾ। ਜੇ ਕਰਕੇ ਮਨ ਵਿੱਚ ਮਾਨ ਬਣਿਆ ਰਹਿੰਦਾ ਨਾ ਤਾਂ ਫਿਰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਾਣ ਹੰਕਾਰ ਵਾਲਾ ਤਾਂ ਭਾਈ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਹੰਕਾਰ 'ਚ ਹੀ ਗਲ ਜਾਂਦੇ ਐ। ਸੱਚੇ ਪਾਤਸ਼ਾਹ ਕਹਿੰਦੇ ਇਹੋ ਜੀ ਹਾਲਤ ਹੁੰਦੀ ਹੈ। ਮੋਹ ਜਿਸ ਦੇ ਅੰਦਰ ਸਾਰੇ ਪਸ਼ੂ ਪੰਛੀ ਆਦਿਕ ਮੋਹੇ ਹੋਏ ਐ, ਇਸ ਮੋਹ ਨੂੰ ਤਿਆਗ ਦੇ। ਮੋਹ ਕਰਕੇ ਹੀ ਤੂੰ ਬੜੀਆਂ ਜੂਨਾਂ ਭੋਗੀਆਂ ਨੇ। ਇਹਦਾ ਤਿਆਗ ਕਰਕੇ ਮਾਨ ਮੋਹ ਦੋਨੋਂ ਕੋ ਪਰ ਹਰ, ਦੋਹਾਂ ਨੂੰ ਤਿਆਗ ਕਰਕੇ ਇਹਨਾਂ ਨੂੰ ਪਰੇ ਸਿੱਟ ਦੇ ਤੇ ਗੋਬਿੰਦ ਕੇ ਗੁਣ ਗਾਵੇ। ਜੇ ਕਰਕੇ ਵਾਹਿਗੁਰੂ ਦੇ ਗੁਣ ਫਿਰ ਪਿਆਰ ਦੇ ਨਾਲ ਮਹਾਰਾਜ ਕਹਿੰਦੇ ਜੇ ਭਾਈ ਗਾਵੇ ਤਾਂ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਇਸ ਵਿਧੀ ਨਾਲ, ਇਸ ਤਰੀਕੇ ਨਾਲ ਜਿਹੜਾ ਪ੍ਰਾਣੀ ਭਜਨ ਕਰਦਾ ਹੈ, ਇਸ ਤਰੀਕੇ ਨਾਲ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਜਿਹਨੂੰ ਇਹ ਭੇਦ ਗੁਰੂ ਸਾਹਿਬ ਤੋਂ ਪਤਾ ਲੱਗ ਗਿਆ ਕਿ ਭਗਤ ਬਿਨਾ ਸਹਸਾ ਨਹੀਂ ਚੂਕਾ। ਭਗਤੀ ਤੋਂ ਬਿਨਾ ਸ਼ੰਕਾ ਨਹੀਂ ਅੰਦਰੋਂ ਨਾਸ਼ ਹੋਣਾ, ਕਿਉਂਕਿ ਸੁਣ ਲੈਣਾ ਤੇ ਸਮਝ ਲੱਗ ਜਾਣੀ ਇਹ ਇੱਕ ਵੱਖਰੀ ਬਾਤ ਹੈ, ਪਰ ਮਨ ਤੋਂ ਸ਼ੰਕਾ ਨਿਵਰਤ ਹੋਣਾ ਇੱਕ ਵੱਖਰੀ ਬਾਤ ਹੈ। ਉਹ ਭਾਵ ਭਗਤੀ ਦੇ ਅਭਿਆਸ ਨਾਲ ਨਾਸ਼ ਹੁੰਦਾ ਹੈ। ਜੇ ਕਰਕੇ ਧਿਆਨ ਉਹਦੇ ਵਿੱਚ ਨਹੀਂ ਰੱਖੀਦਾ, ਜੇ ਕਰਕੇ ਮਨ ਦੇ ਅੰਦਰ ਇਹੀ ਖਿਆਲ ਬਣਿਆ ਰਹੇ ਕਿ ਮੇਰੇ ਮਨ ਵਿੱਚ ਸਮਝ ਲੱਗ ਗਈ ਹੈ, ਮੈਨੂੰ ਪਤਾ ਲੱਗ ਗਿਆ ਹੈ, ਤੇ ਵਾਹਿਗੁਰੂ ਦੀ ਭਗਤੀ ਕਰਕੇ ਇਸ ਪ੍ਰਕਾਰ ਆਪਣੇ ਮਨ ਦਾ ਸ਼ੰਕਾ ਨਹੀਂ ਮਿਟਿਆ ਤੇ ਕੱਲੀ ਸਮਝ ਲੱਗਣ ਦੇ ਨਾਲ ਨਹੀਂ ਫਿਰ ਪ੍ਰੀਤ ਲੱਗਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਇਸ ਵਿਧੀ ਨਾਲ ਜਿਹੜਾ ਪੁਰਾਣਾ ਧਾਰੀ ਜੀਵ ਵਾਹਿਗੁਰੂ ਦੇ ਜਸ ਨੂੰ ਕਰਦਾ ਹੈ, ਸੱਚੇ ਪਾਤਸ਼ਾਹ ਦੇ ਨਾਮ ਨੂੰ ਜਪਦਾ ਹੈ ਤੇ ਆਪਣੇ ਅੰਦਰੋਂ ਮਹਾਰਾਜ ਕਹਿੰਦੇ ਭਾਈ ਉਹ ਸ਼ੰਕੇ ਮੇਟ ਲੈਂਦਾ ਹੈ, ਕਿਉਂਕਿ ਉਹਨੂੰ ਪਤਾ ਚੱਲ ਜਾਂਦਾ ਏ ਕਿ ਭਾਵ ਭਗਤੀ ਦੇ ਨਾਲ ਹੀ ਅੰਦਰੋਂ ਮਨ ਸਾਫ਼ ਹੋਣਾ, ਕੇਵਲ ਸੁਣਨ ਤੇ ਸਮਝਣ ਨਾਲ ਨਹੀਂ। ਜੇ ਤੂੰ ਸੁਣ ਲਿਆ ਸਮਝ ਲਿਆ ਤੇ ਹੁਣ ਕਮਾਈ ਕਰ ਲੈ, ਵਾਹਿਗੁਰੂ ਦਾ ਨਾਮ ਜਪ ਲੈ। ਭਾਵ ਭਗਤੀ ਤੋਂ ਬਿਨਾ ਮਹਾਰਾਜ ਕਹਿੰਦੇ ਭਾਈ ਅੰਦਰੋਂ ਸ਼ੰਕਾ ਨਹੀਂ ਦੂਰ ਹੁੰਦਾ। ਇਹ ਸਾਰੇ ਅੰਦਰ ਪਏ ਹੋਏ ਸ਼ੰਕਿਆਂ ਦੀ ਜਿਹੜੀ ਮੈਲ ਹੈ ਉਹ ਦੂਰ ਨਹੀਂ ਹੁੰਦੀ। ਮਹਾਰਾਜ ਕਹਿੰਦੇ ਭਾਈ ਇਸ ਤਰੀਕੇ ਨਾਲ, ਇਸ ਵਿਧੀ ਨਾਲ ਜਿਹੜਾ ਪ੍ਰਾਣੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਜਪਦਾ ਮਾਨ ਤੇ ਮੋਹ ਨੂੰ ਤਿਆਗ ਕਰਕੇ ਜੀਵਨ ਮੁਕਤ ਕਹਾਵੇ। ਉਹ ਜੀਵਨ ਮੁਕਤ ਕਹਾਉਂਦਾ, ਫਿਰ ਉਹਨੂੰ ਜੀਵਨ ਮੁਕਤ ਕਿਹਾ ਜਾ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਪਾ ਕੇ ਬੰਦਗੀ ਵਿੱਚ ਜੁੜ ਜਾਂਦਾ ਹੈ, ਨਾਮ ਜਪਦਾ ਪਿਆਰ ਦੇ ਨਾਲ,
ਉਹ ਜੀਵਨ ਮੁਕਤ ਕਹਾ ਸਕਦਾ ਹੈ। ਇਹ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਮਾਨ ਮੋਹ ਦੋਨੋਂ ਕਉ ਪਰ ਹਰ, ਗੋਬਿੰਦ ਕੇ ਗੁਣ ਗਾਵੈ। ਕਹੋ ਨਾਨਕ ਇਹ ਬਿਦ ਕੋ ਪ੍ਰਾਨੀ, ਜੀਵਨ ਮੁਕਤ ਕਹਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਗੁਰੂ, ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਉ ਨਿਧ ਆਵੈ ਧਾਏ, ਘਰ ਨਉ ਨਿਧ ਆਵੈ ਧਾਏ। ਘਰ ਨਉ ਨਿਧ ਆਵੈ ਧਾਏ, ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।